सत श्रीकाल जी, तुसीं देख रहे हो पंजाब बोलदा मैं चैनल। मैं सुखदेव सिंह सागर। अज असीं पहुंचे हैं जी जिला श्री मुक्तसर साहब, गोनियाना रोड, गली नंबर 3, जिथे अज इधर बहुत भारा इकट्ठ होया। असीं मैं कैमरामैन नूं बेनती करूँगा कि इकट्ठ विखाया जाए। ये इकट्ठ किस विषय दे विच होया? जो पिछले दिनी अकाली दल, श्रोमणी अकाली दल पार्टी के MC, इस महल्ले के MC परमिंदर पाशा जी, उन्होंने वालों जो ये गली महल्ले के जो बनाने के संबंध के जां होर भी गल्लां बातां करके जो वीडियो पाई गई सी, की ऑब्जेक्शन लगे हुए ने, आपां अगे चल के गल करांगे की गलबात हो रही है जी। अगे चल के गलबात करते हैं जी। तुसीं देख रहे हो जो बीबियां दा इधर साडे वीरां दा बहुत भारा इकट्ठ है। मसले नूं लैके यह इकट्ठ किया गया। अब गलबात करते हैं। भाई जी सत श्री अकाल। सत श्री अकाल जी। की नाम है जी अपना? रणजीत सिंह धालीवाल मेरा नाम है जी। हाँ जी धालीवाल साहब, जो असीं गल करिए भी जो प्रेस कॉन्फ्रेंस रखी गई है, पब्लिक का इकट्ठ होया, किस मसले नूं लेके इकट्ठ होया जी? सही मने च मैं तो यह कहूँगा कि झूठ तो पर्दा चक्कण मारे ये असीं इकट्ठ कीता अज दा भी जिहड़ा झूठा प्रचार मेरे खिलाफ या बीबी करण कौर बराड़ के खिलाफ प्रचार किया जा रहा है, वो जिहड़ा है उहदे तो असीं पर्दा चुकण ते जिहड़ा सच है भी वो प्रैस के जरिए असीं कहने भी जिहड़ी सच्ची गल है वो सामने आ सके। वो इस वास्ते असीं महला निवासी हैं जिहड़े अज इकट्ठे होए हैं। ये हकीकत की है जी? असल में मसला की है? हकीकत की है कि मैं जिहड़ा कि बार बार भी जदों विरोधी धिर नहीं हो ये गल कही जाती है भी हारिया होया तां मैं ये गल कहूँगा कि हार जित है जिहड़ी वो एक इलैक्शन ते सीगी ते असीं उसे दिन ही भुल गए भी असीं इलैक्शन लड़े सी जां किसे सी, क्योंकि ये मेरा आपदा निजी महल्ला सीगा, मेरा आपदा वार्ड वा, मेरा इत्थों दा मैं रहण वाला, मेरा किसे नाल कोई नहीं हैगा। क्योंकि ये संगत ने फतवा देना हुंदा ते जो फतवा संगत ने अकाली दल दे हक च दिता ते असीं खिड़े मत्थे उस नूं प्रवान कीता। किसे दे नाल ना इलैक्शन दौरान ना इलैक्शन तो बाद असीं किसे नाल कोई ਇਹੋ जी चलाकी ਜਾਂ कोई हेरा फेरी वाली गल साडे नहीं सीगी। पर ਇਹ ਜਿਹੜਾ ਹੁਣ ਕੱਲ ਤੇ ਜਾਂ ਇਦੋਂ ਪਹਿਲਾਂ ਕਦੇ ਬੀਬੀ ਦੇ ਪੁਤਲੇ ਫੂਕ ਤੇ ਕਦੇ ਭੁੱਖ ਹੜਤਾਲ ਦਾ ਡਰਾਮਾ ਕਰ ਲਿਆ, ਤੇ ਮੈਂ ਪੁੱਛਣਾ ਚਾਹਣਾ ਵੀ ਇਹ ਡਰਾਮੇ ਨਵਾਂ ਕੀ ਹੋਇਆ? ਸਾਡੇ ਵਾਰਡ ਦੀ ਤਾਂ ਮੈਂ ਤਾਂ ਇਹ ਕਹੂੰਗਾ ਵੀ ਬਦਕਿਸਮਤੀ ਸੀ ਵੀ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਤੇ ਸਾਡੇ ਵਾਰਡ ਦਾ MC ਸੀ ਜਿਹੜਾ ਉਹ ਅਕਾਲੀ ਦਲ ਦਾ ਸੀਗਾ, ਤੇ ਉਸੇ ਨੂੰ ਹੀ ਦੁਬਾਰ ਤੋਂ ਉਹਦੀ ਵੀ ਵਾਈਫ ਨੂੰ ਜਿਹੜਾ ਬਹੁਮਤ ਮਿਲ ਗਿਆ। ਕੀ ਨਾਮ ਹੈ ਜੀ ਉਹਦਾ ਨਾਮ ਆਪਣੇ ਪਰਮਿੰਦਰ ਪਾਸ਼ਾ ਹੈ। ਨਹੀਂ, ਜੋ ਮੌਕੇ ਦੇ MC ਇਸ ਵਕਤ ਮੌਜੂਦ ਹਨ, ਉਹਦਾ ਕੀ ਨਾਮ ਹੈ? ਮਨਜੀਤ ਕੌਰ ਜੀ। ਮਨਜੀਤ ਕੌਰ MC ਦੀ ਵਾਈਫ ਹੈ ਜੀ, ਵੀ ਪਹਿਲਾਂ ਜਿਹੜੇ ਸਾਬਕਾ MC ਆ ਉਹਨਾਂ ਦੀ ਵਾਈਫ ਹੈ। ਠੀਕ ਹੈ। ਉਹ ਗੱਲ ਕੀ ਹੈ ਵੀ ਨਾ ਤਾਂ ਉਦੋਂ ਵੀ ਤਾਂ ਕਾਂਗਰਸ ਦੀ ਸਰਕਾਰ ਸੀਗੀ ਤੇ MC ਉਹੀ ਸੀ, ਵੀ ਉਹ ਨਵਾਂ ਕੀ ਝੂਠ ਮਾਰ ਕੇ ਸਾਬਤ ਕਰਨਾ ਚਾਹੁੰਦਾ ਵੀ ਗਲੀਆਂ ਰਣਜੀਤ ਸਿੰਘ ਨਹੀਂ ਬਣ ਦਿੰਦਾ। ਇਹਨੇ ਹੁਣ ਅੱਜ ਜਿਹੜਾ ਹੈਗਾ 10 ਦਿਨ ਪਹਿਲਾਂ 8-10 ਦਿਨ ਪਹਿਲਾਂ ਲੋਕਾਂ ਤੋਂ ਮੰਨ ਲਓ ਵੀ ਸਾਡੇ ਮਹੱਲੇ ਨਿਵਾਸੀਆਂ ਤੋਂ ਜਿਹੜੇ ਕਿ ਵੀ ਸਾਡੇ ਆਪਦੇ ਹੀ ਹੈ, ਕੋਈ ਉਪਰਾ ਨਹੀਂ ਹੈਗਾ, ਕਿਉਂਕਿ ਮੈਂ ਜਿਹੜੀ ਐਪਲੀਕੇਸ਼ਨ ਟਾਈਪ ਕਰਵਾਈ ਇੱਕ ਉਹਨੂੰ ਤੇ ਰੱਬ ਜਾਣਦਾ ਵੀ ਇਹਨਾਂ ਨੇ ਕਿਵੇਂ। ਮੈਂ ਜਦੋਂ ਪੁੱਛਿਆ ਵੀ ਤੁਸੀਂ ਮੇਰੇ ਖਿਲਾਫ ਕਾਹਤੋਂ ਸਾਈਨ ਕੀਤੇ ਆ ਤਾਂ ਉਹ ਕਹਿੰਦੇ ਵੀ ਕਿੱਥੇ ਕੀਤੇ ਆ, ਤਾਂ ਮੈਨੂੰ ਪਤਾ ਲੱਗਿਆ ਤੇ ਮੈਂ ਉਹ ਐਪਲੀਕੇਸ਼ਨ ਮੰਗਵਾਈ ਤੇ ਐਪਲੀਕੇਸ਼ਨ ਜਦੋਂ ਮੇਰੇ ਕੋਲ ਪਹੁੰਚੀ ਤੇ ਫਿਰ ਮੈਂ ਦਿਖਾਈ, ਕਹਿੰਦੇ ਇਹ ਦਰਅਸਲ ਝੂਠੀ ਹੈ ਵੀ ਇਹ ਅਸੀਂ ਕਿਸੇ ਦਾ ਤੇਰੇ ਖਿਲਾਫ ਅਸੀਂ ਕਿਉਂ ਜਾਵਾਂਗੇ। ਠੀਕ ਹੈ। ਤੇ ਇਹ ਝੂਠ ਤੋਂ ਪਰਦਾ ਚੱਕਣ ਮਾਰਿਆ ਹੀ ਅੱਜ ਵੀ ਜਿਹੜਾ ਹੈਗਾ ਵੀ ਗਲੀ ਨੰਬਰ 3 ਦੇ ਅਸੀਂ ਤੇ ਗਲੀ ਨੰਬਰ 3 ਦੀ ਧਰਮਸ਼ਾਲਾ ਦੇ ਵਿੱਚ ਹੀ ਬੈਠੇ ਆ। ਜਿਹੜਾ ਇਕੱਠ ਆ ਸਾਰਾ ਇਹ ਇਸੇ ਕਰਕੇ ਇਕੱਠ ਹੋਇਆ ਵੀ ਝੂਠ ਕੀ ਹੈ ਤੇ ਸੱਚ ਕੀ ਹੈ, ਵੀ ਸੱਚ ਆ ਜਿਹੜਾ ਉਹ ਸਾਹਮਣੇ ਆਵੇ। ਇਹ 1 ਮਹੀਨਾ ਪਹਿਲਾਂ ਵੀ ਇਸ ਗਲੀ ਦਾ ਕੋਈ ਮਸਲਾ ਸੀਗਾ ਜਿਸ ਦੇ ਵਿੱਚ ਪਰਮਿੰਦਰ ਪਾਸ਼ਾ ਜੀ ਨੇ ਭੁੱਖ ਹੜਤਾਲ ਰੱਖੀ ਸੀ। ਕੀ ਉਹ ਮਸਲਾ ਉਸ ਵੇਲੇ ਕੋਈ ਉਹਦਾ ਕੋਈ ਹੋਇਆ ਨਹੀਂ ਸੀ? ਹੀਲਾ ਨਹੀਂ ਸੀ ਹੋਇਆ? ਦੇਖੋ ਵੀਰ ਜੀ, ਅੱਗੇ ਵੀ ਮਹੱਲੇ ਦੇ ਵਿਕਾਸ ਦੇ ਕੰਮ ਆ ਜਿਹੜੇ ਅਸੀਂ ਕਰਵਾਉਂਦੇ ਆ ਜੀ। ਠੀਕ ਹੈ। ਅਸੀਂ ਮੈਂ ਇਸ ਗੱਲ ਤੋਂ ਬਿਲਕੁਲ ਨਹੀਂ ਝੂਠ ਨਹੀਂ ਮਾਰਨਾ ਕਿਸੇ ਗੱਲ 'ਚ ਵੀ, ਪਾਸ਼ੇ ਦੇ ਨਾਲ ਹੀ ਰਹਿੰਦੇ ਰਹੇ ਆ ਜੀ। ਠੀਕ ਹੈ। ਇਕੱਠੇ ਸੰਘਰਸ਼ਾਂ ਦੇ ਵਿੱਚ ਰਹੇ ਆ। ਇਸ ਵਾਰਡ ਦੇ ਵਿੱਚ ਅਸੀਂ ਜਿਹੜਾ ਵਿਕਾਸ ਦਾ ਕੰਮ ਕਰਨ ਵਾਲੀ ਗੱਲ ਹੈ ਨਾ ਜੀ, ਉਹਨੂੰ ਵੀ ਪਤਾ ਹੈ
ਵੀ ਰਣਜੀਤ ਨੂੰ ਕੋਈ ਪਰਸਨਲ ਨਿੱਜੀ ਕੰਮ ਨਾ ਕਿਸੇ ਤੱਕ ਹੈਗਾ ਤੇ ਨਾ ਉਹਨੂੰ ਗਾਂਹ ਨੂੰ ਲੋੜ ਹੈ। ਜੀ ਜੀ ਇਹ ਉਹਨੂੰ ਵੀ ਪਤਾ ਹੈ। ਨਾ ਉਹਨੂੰ ਕੋਈ ਪੈਸੇ ਦਾ ਲਾਲਚ ਹੈ, ਕਿਉਂਕਿ ਮੈਂ ਤਾਂ ਮੈਂ ਆਪਾਂ ਨੂੰ ਕਿਸੇ ਦਾ ਨਾ ਤਾਂ ਪੈਸੇ ਦੀ ਲਾਲਚ ਹੈ ਤੇ ਨਾ ਕੋਈ ਮੈਨੂੰ ਘਰ ਦੇ ਨਿੱਜੀ ਕੰਮ ਦੀ ਲੋੜ ਹੈ। ਠੀਕ ਹੈ, ਮੈਂ ਤਾਂ ਵਿਕਾਸ ਪਹਿਲਾਂ ਵੀ ਕਰਾਇਆ। ਜਿਹੜੀ ਆ ਧਰਮਸ਼ਾਲਾ ਦੇ ਵਿੱਚ ਬੈਠੇ ਆ, ਇੱਥੇ ਵੀ ਅਸੀਂ ਆਪਦੇ ਹੱਥੀ ਬਜਰੀ ਕੁੱਟੀ ਹੈ। ਮੈਂ ਇਸ ਧਰਮਸ਼ਾਲਾ ਦਾ ਮੀਤ ਪ੍ਰਧਾਨ ਆ, ਮੇਰੇ ਨਾਲ ਪ੍ਰਧਾਨ ਸਾਹਿਬ ਬੈਠੇ ਆ ਰਾਜਾ ਸਿੰਘ ਸ਼ੇਰਗਿੱਲ, ਤੇ ਅਸੀਂ ਇਹਨੂੰ ਵੀ ਉਦੋਂ ਭਰਤ ਵੀ ਪਵਾਈ ਇਹਦੇ ਤੇ। ਜਿਹੜਾ ਫੰਡ ਹੈਗਾ ਜਿਹੜਾ ਉਹ ਵੀ ਮੈਂ ਲੈ ਕੇ ਆਇਆ ਸੀਗਾ, ਨਾਲ ਸੀਗੇ ਮੇਰੇ ਇਹ। ਤੇ ਜਦੋਂ ਜਿਹੜੀ ਚੌਂਕ ਦੇ ਵਿੱਚ ਭਗਵਾਨ ਵਾਲਮੀਕੀ ਧਰਮਸ਼ਾਲਾ ਹੈਗੀ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਪੂਰੇ ਪੰਜਾਬ ਦੇ ਵਿੱਚ, ਠੀਕ ਹੈ, ਸਾਰਾ ਮਹੱਲਾ ਮੇਰਾ ਉੱਥੋਂ ਦੀ ਵੇਖਦਾ। ਮੈਂ 10 ਸਾਲ ਝਾੜੂ ਆਪ ਮਾਰਦਾ ਰਿਹਾ, ਹੁਣ ਵੀ ਉੱਥੇ ਸੇਵਾ ਕਰੀਦੀ ਹੈ। 5000 ਸਕੁਅਰ ਫੁੱਟ ਉਹ ਧਰਮਸ਼ਾਲਾ ਦੀ ਉਸਾਰੀ ਕੀਤੀ ਹੈ, ਜਿਹਦਾ ਉੱਪਰ ਵੀ ਥੱਲੇ ਵੀ ਫਰਸ਼ ਹੈ ਜਿਹੜੀ ਉਹ ਸਾਰੀ ਕੰਪਲੀਟ ਲੱਗੀ ਵੀ ਹੈ। ਸ਼ੀਸ਼ੇ ਦੇ ਗੇਟ ਲੱਗੇ ਹੋਏ ਆ, ਬਾਥਰੂਮ ਲੱਗੇ ਹੋਏ ਆ, ਮੱਛੀ ਮੋਟਰ ਲੱਗੀ ਹੋਈ ਆ, ਕਾਰੋ ਲੱਗਿਆ ਹੋਇਆ। 2 ਲੱਖ ਰੁਪਏ ਦਾ ਐਮਪੀ ਫੰਡ ਚੋਂ ਮੈਂ ਲਿਆ ਸੀ। ਠੀਕ ਹੈ, ਤੇ ਵਿਕਾਸ ਦੇ ਜਿਹੜਾ ਮੇਰਾ ਰੋਡ ਹੈਗਾ, ਮੈਂ ਮੇਰਾ ਖਿਆਲ ਹੈ ਵੀ ਕੋਈ ਮੁਕਤਸਰ ਦੀ ਸੜਕ 8 ਸਾਲ ਪੁਰਾਣੀ ਸੜਕ ਹੀ ਨਹੀਂ ਬਚੀ ਹੋਣੀਗੀ ਵੀ ਜਿਹੜੀ ਟੁੱਟੀ ਨਾ ਹੋਵੇ। ਠੀਕ ਹੈ, ਇਦੋਂ 6 ਮਹੀਨੇ ਬਾਅਦ 30 ਫੁੱਟੀ ਸੜਕ ਬਣਾਈ ਸੀਗੀ, ਜਿਹੜੀ 6 ਮਹੀਨਿਆਂ ਬਾਅਦ ਉਹਦੇ ਤੇ ਦੁਬਾਰਾ ਰਿਪੇਅਰ ਲਾਈ ਇਹਨਾਂ ਨੇ। ਠੀਕ ਹੈ, ਮੈਂ ਕੋਲ ਖੜ ਕੇ ਇਹ ਸੜਕ ਦੇ ਵਿਕਾਸ ਦੇ ਕੰਮ ਦੀ ਆਪਾਂ ਗੱਲ ਕਰਦੇ ਤਾਂ ਕੋਲ ਖੜ ਕੇ ਬਣਵਾਈ, ਤਾਂ ਇੱਕ ਵੀ ਰੱਤੀ ਭਰ ਦੇ ਵੀ ਸਾਨੂੰ ਉਹਦੇ ਤਾਂ ਕੋਈ ਨੁਕਸ ਨਹੀਂ ਨਿਕਲਿਆ ਅੱਜ ਤੱਕ। ਹੁਣ ਆਪਣੇ ਇਹ 3 ਨੰਬਰ ਵਾਰਡ ਦੀ ਗੱਲ ਕਰੀਏ, ਹੁਣ ਕੋਈ ਕੰਮ ਰਹਿੰਦਾ? 3 ਨੰਬਰ 3 ਨੰਬਰ ਵਾਰਡ ਨੰਬਰ 15 ਹੈ ਜੀ, ਤੇ ਗਲੀ ਨੰਬਰ ਵਾਰ-ਵਾਰ ਤੁਹਾਡੇ ਤੇ ਦੋਸ਼ ਲਗਾਏ ਜਾਂਦੇ ਆ ਅਕਾਲੀ ਦਲ ਦੇ ਸਾਬਕਾ ਐਮਸੀ ਵੱਲੋਂ ਵੀ ਰਣਜੀਤ ਸਿੰਘ ਢਾਲੀਵਾਲ ਕਾਂਗਰਸੀ ਦੇ ਆਗੂ ਜਿਹੜੇ ਵਾਰਡ ਦੇ ਵਿਕਾਸ ਨੂੰ ਲੈ ਕੇ ਰੁਕਾਵਟਾਂ ਪਾਉਂਦੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਮੈਂ ਇਸੇ ਝੂਠ ਤੋਂ ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਕੋਈ ਸਿਰ ਫਿਰਿਆ ਹੀ ਹੋਊਗਾ ਵੀ ਜਿਹਦਾ ਘਰ ਸਾਫ਼ ਸੁਥਰਾ ਬਣਦਾ ਹੋਵੇ ਤੇ ਉਹ ਡਿੱਕਾ ਪਾਊਗਾ। ਕਿਹਦੇ ਕੋਲੇ ਡਿੱਕਾ ਪਾਇਆ? ਕਿਹਨੂੰ ਰੋਕਿਆ? ਕਿਹਦਾ ਮੈਂ ਹੱਥ ਫੜਿਆ? ਕਦੋਂ ਮੈਂ ਬਜਰੀ ਦੀ ਟਰਾਲੀ ਮੋੜਤੀ? ਕਦੋਂ ਮੈਂ ਲੇਬਰ ਵਾਲੇ ਦਾ ਹੱਥ ਮੋੜਤਾ? ਕਿਹੜੇ ਠੇਕੇਦਾਰ ਨੂੰ ਮੈਂ ਕੀਤਾ ਜਾਂ ਕਿਹੜੇ ਜਈ ਨੂੰ ਮੈਂ ਕਿਹਾ? ਹਾਂ, ਇੱਕ ਗੱਲ ਮੈਂ ਜ਼ਰੂਰ ਕਹੀ ਹੈ ਵੀ ਮੇਰੇ ਵਾਰਡ ਦੇ ਵਿੱਚ 40 ਸਾਲ ਪੁਰਾਣੀ ਪਾਈਪ ਹੈਗੀ ਆ। ਮੇਰੇ ਖੁਦ ਦੇ ਘਰੇ ਵਾਟਰ ਵਰਕਸ ਦਾ ਪਾਣੀ ਹੈ ਜਿਹੜਾ, ਉਹਦੇ ਨਾਲੋਂ ਮੈਂ ਵਾਂਝਾ। 6 ਨੰਬਰ ਗਲੀ ਦੇ ਬਾਹਰ ਮੇਰੀਆਂ ਦੁਕਾਨਾਂ ਹੈਗੀਆਂ ਸਾਡੀਆਂ, ਉੱਥੇ ਦੁਕਾਨਾਂ ਦੇ ਉੱਤੇ ਅਸੀਂ ਟੂਟੀ ਲਾ ਕੇ ਤੇ ਉੱਥੋਂ ਬਾਲਟੀਆਂ ਨਾਲ ਅਸੀਂ ਘਰੇ ਪਾਣੀ ਲੈ ਕੇ ਜਾਂਦੇ ਆ ਵੀ ਸਾਡੀ ਗਲੀ ਦੇ ਵਿੱਚ ਵਾਟਰ ਵਰਕਸ ਦੀ ਸਪਲਾਈ ਹੈ ਨਹੀਂਗੀ। ਜਿਹੜੀ ਸਪਲਾਈ ਹੈਗੀ ਉਹ ਬਹੁਤ ਪੁਰਾਣੀ ਹੈਗੀ ਹੈ। ਇਹ ਮੈਨੂੰ ਇਹ ਜ਼ਰੂਰ ਹੈਗਾ ਵੀ ਮੈਂ ਇੰਨੀ ਗੱਲ ਕਹੀ ਹੈ ਵੀ ਵਾਟਰ ਵਰਕਸ ਦੀ ਜਿਹੜੀ ਸਪਲਾਈ ਹੈਗੀ ਉਹ ਘਰ ਘਰ ਤੱਕ ਪਹੁੰਚਣੀ ਚਾਹੀਦੀ ਆ। ਮੇਨ ਰੋਡ ਗੋਨਿਆਣਾ ਰੋਡ ਤੇ ਨਵੀਂ ਵਾਟਰ ਵਰਕਸ ਦੀ ਸਪਲਾਈ ਹੈਗੀ ਹੈ, ਗਲੀਆਂ ਦੇ ਵਿੱਚ ਸਪਲਾਈ ਹੈ ਨਹੀਂਗੀ। ਮੇਰੇ ਦਿਲ ਦੀ ਤਮੰਨਾ ਇਹ ਹੈਗੀ ਹੈ ਵੀ ਮੈਂ ਜਿਹੜਾ ਕੰਮ ਮੈਂ ਪਹਿਲਾਂ ਵੀ ਜਿਹੜਾ ਕੰਮ ਕਰਾਉਣਾ ਵਧੀਆ ਤਸੱਲੀ ਬਖਸ਼ ਕਰਾਉਣਾ ਵੀ ਜਿਹੜੀ ਉਹਦੇ ਤੇ ਦੁਬਾਰਾ ਲੋੜ ਨਾ ਪਵੇ। ਤੇ ਮੈਂ ਹੁਣ ਵੀ ਉਹੀ ਚਾਹਣਾ। ਮੈਂ ਡਰਾਮੇ ਦੀ ਕੁਝ ਨਾ ਡਰਾਮਾ ਕਦੇ ਕੀਤਾ ਤੇ ਨਾ ਮੈਂ ਡਰਾਮਾ ਕਰਨ ਵਾਲਾ ਕੋਈ ਕੰਮ ਕਰਨਾ ਚਾਹੁੰਦਾ। ਮੈਂ ਇਹ ਹੈਗਾ ਵਾਟਰ ਵਰਕਸ ਦੀ ਪਾਈਪ ਆ ਜਿਹੜੀ ਉਹ ਪ੍ਰੋਪਰ ਪਵੇ, ਸਾਰੀਆਂ ਗਲੀਆਂ 'ਚ ਪਵੇ। ਮੈਂ ਕੱਲੀ ਆਪਦੀ ਗਲੀ 'ਚ ਨਹੀਂ ਕਹਿੰਦਾ, ਦੂਜੀਆਂ ਗਲੀਆਂ ਦਾ ਇਤਰਾਜ਼ ਉੱਠ ਖੜਦਾ। ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਮੇਰੇ ਵਾਰਡ ਦੇ ਵਿੱਚ ਮੇਰੇ ਸਾਹਮਣੇ ਬੈਠੇ ਤਾਂ ਬੰਦੇ ਕੋਈ ਹੋ ਸਕਦਾ ਕਿ ਮੇਰਾ ਪ੍ਰਭਾਵ ਮੰਨ ਕੇ ਮੇਰੇ ਹੱਕ ਦੀ ਗੱਲ ਕਰਦੇ। ਤੁਸੀਂ 1 ਨੰਬਰ ਗਲੀ 'ਚ ਜਾ ਵੜੋ, 2 ਨੰਬਰ ਗਲੀ 'ਚ ਜਾ ਵੜੋ, 6 ਨੰਬਰ ਗਲੀ 'ਚ ਜਾ ਵੜੋ, 7 'ਚ ਜਾ ਵੜੋ। ਮੇਰੇ ਵਾਰਡ 'ਚ ਵਿੱਚੋਂ ਤੁਸੀਂ ਬਹੁਮਤ ਜੇ 10% ਵੀ ਬੰਦੇ ਕਹਿ ਦੇਣ ਵੀ ਸਾਨੂੰ ਪ੍ਰੋਪਰ ਵਾਟਰ ਵਰਕਸ ਦਾ ਪਾਣੀ ਘਰੇ ਸਪਲਾਈ ਪਹੁੰਚਦੀ ਹੈ ਤੇ ਰਣਜੀਤ ਸਿੰਘ ਗਲੀਆਂ ਕੰਮ ਰਕਾਉਣ 'ਚ ਹੱਕ 'ਚ ਹੈਗਾ, ਫਿਰ ਮੈਂ ਝੂਠ ਤੇ ਸਿਰ ਝੁਕਾ ਲੂੰਗਾ। ਪਰ ਇਹ ਸੱਚ ਗੱਲ ਹੈਗੀ ਹੈ ਕਿ ਮੈਂ ਸੀਵਰੇਜ ਦੀ ਸਪਲਾਈ ਜਦੋਂ ਸਾਡੇ ਕੋਲੇ 140 ਕਰੋੜ ਰੁਪਇਆ ਮੁਕਤਸਰ ਤੋਂ ਆ ਗਿਆ, ਜਦੋਂ ਪੈਸਾ ਹੈ ਨਹੀਂ ਸੀਗਾ ਉਦੋਂ ਮੈਂ ਆਪ ਉਹੀ ਪੁਰਾਣਾ ਸੀਵਰੇਜ ਚਲਵਾਇਆ, ਪੁਰਾਣੇ ਸੀਵਰੇਜ ਦੀ ਸਪਲਾਈ ਆਪਦੇ ਕੋਲੋਂ ਚਲਵਾਈ। ਔਰ ਸਾਰੇ ਲੋਕ ਜਾਣਦੇ ਆ, ਸਾਹਮਣੇ ਵੀ ਹੈ। ਜਿੰਨੀ ਗੱਲ ਕਰਦਾ ਮੇਰਾ ਸਪਸ਼ਟ ਉਹਦੇ ਸਾਹਮਣੇ ਹੈ। ਜੇ ਇਸ ਧਰਮਸ਼ਾਲਾ ਦੀ ਗੱਲ ਕੀਤੀ ਹੈ ਤਾਂ ਮੈਂ ਸਾਰੇ ਪੈਸੇ ਲੱਗੇ ਅਸੀਂ ਇੱਥੇ, ਉਹਦੀ ਗੱਲ ਹੈ। ਚੌਂਕ ਦੇ ਵਿੱਚ ਮੈਂ ਜਿਹੜੀ ਸੇਵਾ ਕੀਤੀ ਹੈ, ਵਿਕਾਸ ਦਾ ਕੰਮ ਕੀਤਾ ਹੈ, ਪੂਰੇ ਪੰਜਾਬ 'ਚ ਮਜਬੀਆਂ ਦੀ ਧਰਮਸ਼ਾਲਾ ਹੈ ਨਹੀਂ ਉਹੋ ਜੀ। ਤੇ ਜੇ ਕਿਤੇ ਹੈਗੀ ਹੈ ਕਿਸੇ ਨੇ ਵੇਖੀ ਹੈ ਤਾਂ ਮੇਰੀ ਗੱਡੀ ਤੇ ਮੇਰਾ ਤੇਲ, ਚਲੋ ਮੈਨੂੰ ਵਿਖਾ ਕੇ ਲਿਆਓ। ਇੱਕ ਨਵਾਂ ਪੈਸਾ ਮੈਂ ਕਦੇ ਗ੍ਰਾਹੀ ਨਹੀਂ ਕੀਤੀ ਤੇ ਉਹ ਮੈਂ ਕਿਉਂ ਕਰੂੰ? ਔਰ ਦੂਜੀ ਗੱਲ ਇਹ ਹੈ ਵੀ ਜੇ ਹੁਣ ਸੀਵਰੇਜ ਦੇ ਜਿਹੜੇ ਆ ਸਾਡੇ ਵਾਰਡ ਦੇ ਸਾਰੇ ਸੀਵਰੇਜ ਆ ਜਿਹੜੇ ਉਹਨਾਂ ਦੇ ਮੇਨ ਹਾਲ ਇੱਕ ਤੰਦੂਰ ਦੇ ਰੂਪ ਧਾਰਨ ਕਰੀ ਬੈਠੇ ਆ। ਥੱਲਿਓਂ ਸਲੈਬਾਂ ਨੀਵੀਆਂ, ਕੱਲੇ ਢੱਕਣ ਜਦੋਂ ਗਲੀ ਬਣਦੀ ਹੈ, ਜਦੋਂ ਅਸੀਂ ਭਰਤ ਪਾ ਲੈਂਦੇ ਆ ਉਹਦੇ ਤੇ 10 ਇੱਟਾਂ ਲਾ ਕੇ ਠੇਕੇਦਾਰ ਉੱਚੀ ਕਰਕੇ ਤੇ ਢੱਕਣ ਉੱਚਾ ਕਰ ਦਿੰਦਾ, ਸਲੈਬ ਉਹਦਾ ਪ੍ਰੋਪਰ ਨੀਵਾ। ਅਸੀਂ ਅੱਜ ਉਵੇਂ ਫੇਰ ਜਿਹੜੀ ਹੁਣ 4-5-6 ਇੰਚ ਉੱਚੀ ਹੋਊਗੀ ਗਲੀ ਬਣਨ ਵੇਲੇ 3 ਇੰਚ ਹੀ ਘਟਕਾ ਪੈਣਾ,
2 ਇੰਚ ਹੀ ਰੇਤਾ ਪੈਣਾ। ਫਿਰ 50 mm ਕੇ 60 mm ਦੀ ਜਿਹੜੀ ਹੈਗੀ ਆ, ਮੈਂ ਜੇ ਦੇਖੀ ਨਹੀਂ ਵੀ ਕਿਹੜੀ ਟਾਇਲ ਇੱਥੇ ਲੱਗਣੀ ਹੈ, ਤਾਂ ਉਹਦੇ ਉਚਾਈ ਲੈਣੀ ਹੈ। ਉਹਦੇ ਨਾਲ ਇਹ 6 ਇੰਚ ਜਾਂ 7 ਇੰਚ ਨੀਵਾਂ ਹੋ ਜੂਗੀ। ਹੋਰ ਮੇਨ ਹਾਲ ਦਾ ਢੱਕਣ ਆ ਜਿਹੜਾ, ਤੇ ਇਹ ਪਹਿਲਾਂ ਵੀ ਢੱਕਣ ਨੀਵੇਂ ਹੈਗੇ ਆ। ਮੈਂ ਚਾਹੁੰਦਾ ਵੀ ਜਦੋਂ ਤਾਂ ਸਾਡੇ ਕੋਲੇ ਪੈਸੇ ਹੈ ਨਹੀਂ ਸੀਗੇ, ਸੀਵਰੇਜ ਕੋਲੇ ਹੈ ਨਹੀਂ ਸੀ, ਵਾਟਰ ਵਰਕਸ ਕੋਲੇ ਹੈ ਨਹੀਂ ਸੀਗੇ, ਉਦੋਂ ਤਾਂ ਇਹ ਕਹਿੰਦੇ ਵੀ ਉਦੋਂ ਤਾਂ ਅਸੀਂ ਗਲੀਆਂ ਬਣਵਾ ਲਈਆਂ ਉਵੇਂ, ਪਰ ਹੁਣ ਅਸੀਂ ਅੱਜ ਕਦੋਂ ਬਣਾਈਏ ਉਵੇਂ। ਜੇ ਆਪਾਂ ਗੱਲ ਕਰੀਏ ਬੀਬੀ ਕਰਨ ਕੌਰ ਬਰਾੜ ਦੀ, ਉਹ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਜੀ, ਉਹਨਾਂ ਦੇ ਪਰਿਵਾਰ ਨੂੰ ਬਲੌਕ ਕਰਦੇ ਕਿ ਇਸ ਵਿਸ਼ੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ। ਮੈਂ ਉਹਨਾਂ ਨੂੰ ਅੱਜ ਬੇਨਤੀ ਕੀਤੀ ਹੈ, ਹੋ ਸਕਦਾ ਹੈ ਵੀ ਉਹ 10-15 ਮਿੰਟਾਂ 'ਚ ਆਪਣੇ ਕੋਲ 10 ਮਿੰਟਾਂ ਤੱਕ ਪਹੁੰਚ ਜਾਣ ਜੀ। ਬੀਬੀ ਕਰਨ ਕੌਰ ਬਰਾੜ ਜੀ ਨੂੰ ਮੈਂ ਬੇਨਤੀ ਕੀਤੀ ਵੀ ਮੇਰੇ ਨਾਲ ਆ ਜਿਹੜਾ ਨਜਾਇਜ਼ ਮੇਰੇ ਤੇ ਝੂਠਾ ਐਲੀਗੇਸ਼ਨ ਲਾਇਆ ਜਾ ਰਿਹਾ ਵੀ ਰਣਜੀਤ ਸਿੰਘ ਗਲੀ ਨਹੀਂ ਵੰਡ ਦਿੰਦਾ, ਜੀ ਮੈਨੂੰ ਵੀ ਉਹ ਮੈਂ ਗਲੀ ਬਣਾਉਣ ਤੋਂ ਇਹ ਬੇਨਤੀ ਮੈਂ ਬੀਬੀ ਜੀ ਨੂੰ ਵੀ ਕੀਤੀ। ਉਹ ਮੇਰੀ ਹਾਈ ਕਮਾਂਡ ਆ, ਠੀਕ ਹੈ, ਉਹਨਾਂ ਦੇ ਵੀ ਅਸੀਂ ਰਾਹ ਤੇ ਜਿਵੇਂ ਉਹ ਸਾਨੂੰ ਕਹਿੰਦੇ ਅਸੀਂ ਉਵੇਂ ਹੀ ਚੱਲਣਾ, ਠੀਕ ਹੈ। ਤੇ ਮੈਂ ਆਪਦੇ ਮਹੱਲੇ ਦੇ ਵਿੱਚ ਬੀਬੀ ਜੀ ਨੂੰ ਵੀ ਬੁਲਾਇਆ ਇਸੇ ਵਾਸਤੇ, ਅੱਜ ਇੱਥੇ ਬੁਲਾਇਆ, ਬੇਨਤੀ ਕੀਤੀ ਉਹਨਾਂ ਨੂੰ, ਤੇ ਉਹਨਾਂ ਦੇ ਪ੍ਰੋਗਰਾਮ ਕਾਫੀ ਸੀਗੇ, ਵਿੱਚੋਂ ਉਹ ਹੋ ਸਕਦਾ ਵੀ 10-15 ਮਿੰਟਾਂ 'ਚ ਆਪਣੇ ਕੋਲੇ ਪਹੁੰਚ ਜਾਣ। ਕਹਿੰਦੇ ਸੀ ਵੀ ਆਵਾਂਗੇ, ਪਰ ਮੇਰਾ ਮੇਨ ਮਕਸਦ ਸੀਗਾ ਵੀ ਪ੍ਰੈਸ ਦੇ ਸਾਹਮਣੇ ਸੱਚ ਆ ਜਿਹੜਾ ਉਹ ਮੂਹਰੇ ਆਵੇ। ਸੋ ਬਹੁਤ ਬਹੁਤ ਧੰਨਵਾਦ ਜੀ। ਸਰ ਕੀ ਨਾਮ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਰਾਜਾ ਸਿੰਘ ਸ਼ੇਰਗਿੱਲ ਹੈ ਜੀ, 28 ਨੰਬਰ 'ਚ ਰਹਿਣ ਵਾਲਾ ਜੀ। ਬੀਜੇਪੀ ਵੱਲੋਂ ਮੈਂ ਵੀ ਇਲੈਕਸ਼ਨ ਲੜਿਆ ਜੀ। ਪਿਛਲੀ ਵਾਰੀ ਅਸੀਂ ਪਾਸ਼ਾ ਜੀ ਦੀ ਮਦਦ ਕੀਤੀ ਸੀ ਸਾਰਿਆਂ ਨੇ ਰਲ ਕੇ, ਵੀ ਬਾਹਰ ਦਾ ਬੰਦਾ ਨਹੀਂ ਇੱਥੇ ਆਉਣਾ ਚਾਹੀਦਾ। ਉਹ ਚਲੋ ਸਾਨੂੰ ਪਾਰਟੀ ਵੱਲੋਂ ਹੋ ਗਿਆ, ਜਿਵੇਂ ਮਰਜ਼ੀ ਹੋ ਗਿਆ। ਰਣਜੀਤ ਸਿੰਘ ਵੀ ਨਾਲ ਸੀ, ਅਸੀਂ ਸਾਰਿਆਂ ਨੇ ਮਦਦ ਕੀਤੀ। ਪਰ ਇੱਕ ਤੇ ਨਵਾਂ ਕੀ ਇਹ ਕਰਤਾ, ਇਹਨੇ ਨੀਤੀ ਬਣਾ ਲਈ ਪਾੜੋ ਤੇ ਰਾਜ ਕਰਨ ਵਾਲੀ। ਇਸ ਗਲੀ ਦੇ ਵਿੱਚ ਆ ਕੇ ਉਹਨੇ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਮੈਂ ਨਾ ਇੱਥੇ ਕੰਮ ਤਾਂ ਕਰਾ ਦਿਆਂ, ਮੇਰਾ ਰਣਜੀਤ ਸਿੰਘ ਕੰਮ ਨਹੀਂ ਹੋਣ ਦਿੰਦਾ। ਇਹਦੇ ਕੋਈ ਦਿੱਕਤ ਨਹੀਂ, ਕਿਉਂ ਸਾਡੇ ਵਾਰਡ ਦਾ ਕੰਮ ਹੁੰਦਾ, ਸਾਨੂੰ ਕੀ ਦਿੱਕਤ ਹੈ? ਕੋਈ ਦਿੱਕਤ ਨਹੀਂ। ਹਾਂ, ਗਲੀਆਂ ਨਾਲੀਆਂ ਦੀਆਂ ਜਿਹੜੀਆਂ ਨਾਲੀਆਂ ਦਾ ਤਾਂ ਸਿਸਟਮ ਹੈ ਨਹੀਂ। ਗਲੀਆਂ ਇੱਥੇ ਚਾਹੀਦੀ ਹੈ ਵੀ ਪਾਈਪ ਪੈ ਜੇ ਸੀਵਰੇਜ ਦੀ। 40-45 ਸਾਲ ਪਹਿਲਾਂ ਦੀ ਪਾਈਪ ਪਈ ਹੈ ਸੀਵਰੇਜ ਦੀ, ਜੇ ਵਾਟਰ ਵਰਕਸ ਦੀ ਪੈਣੀ ਹੈ ਉਹ ਪੈ ਜੇ, ਕੋਈ ਦਿੱਕਤ ਨਹੀਂ। ਬਣ ਜੇ ਗਲੀਆਂ ਇੰਟਰਲੋਕੇਟਰ ਜੇ ਅੱਜ ਬਣਾਉਂਦੇ ਆ, ਕੱਲ ਨੂੰ ਫਿਰ ਉਹੀ ਹਾਲ ਲੱਗ ਰਿਹਾ ਸੀ। ਚੈਂਬਰ ਉੱਚੇ ਚੁਕਾਏ ਆ, ਫਿਰ ਅੱਜ ਚੈਂਬਰ ਉੱਚੇ ਚੱਕਣੇ ਪੈਣੇ। ਥੱਲੇ ਬੰਦਾ ਵੜਦਾ ਨਹੀਂ, ਸਫਾਈ ਨਹੀਂ ਹੋਣੀ ਜੀ, ਦਿੱਕਤ ਹੈ। ਹੁਣ ਮੈਨੂੰ ਇੱਥੇ ਆਉਣ ਤੇ ਪਤਾ ਲੱਗਿਆ ਵੀ ਸਾਡੀ ਧਰਮਸ਼ਾਲਾ ਦਾ ਮੈਂ ਪ੍ਰਧਾਨ ਹੈ ਜੀ, ਇਹਦਾ ਇਹਨਾਂ ਨੇ ਤਾਲਾ ਤੋੜਿਆ ਜੀ। ਕਿਹਨਾਂ ਨੇ ਜੀ? ਪਾਸ਼ਾ ਜੀ ਨੇ ਤਾਲਾ ਤੋੜਿਆ ਵੀ ਇੱਥੇ ਮੈਂ ਪੈਨਸ਼ਨਾਂ ਬਣਾਉਣੀਆਂ। ਪੈਨਸ਼ਨਾਂ ਜੇ ਗੁਰਦੁਆਰੇ ਦੇ ਵਿੱਚ ਬੱਚਿਆਂ ਨੂੰ ਪੋਲੀਆਂ ਦੇ ਬੂੰਦਾਂ ਪੈ ਜਾਂਦਾ ਸਕਦੀਆਂ, ਸਾਰਾ ਕੁਝ ਉੱਥੇ ਹੁੰਦਾ, ਉੱਥੇ ਮੈਕ 'ਚ ਬੋਲਿਆ ਜਾਂਦਾ, ਸਪੀਕਰਾਂ 'ਚ। ਇਹ ਪੈਨਸ਼ਨਾਂ ਵੀ ਉੱਥੇ ਲੱਗ ਸਕਦੀਆਂ ਸੀ। ਇਹਦਾ ਤਾਲਾ ਕਿਉਂ ਤੋੜਿਆ ਗਿਆ? ਕੱਲ ਨੂੰ ਇੱਥੇ ਕੋਈ ਵੀ ਵਾਰਦਾਤ ਹੋ ਜੇ, ਜਿਵੇਂ ਇੱਥੇ ਬੱਚੇ ਪੜ੍ਹਦੇ ਆ ਹੁਣ ਆਂਗਣਵਾੜੀ ਦੇ, ਉਹਨਾਂ ਦੀ ਦਰੀਏ ਨਹੀਂ, ਮੋਟਰ ਹੈ ਨਹੀਂ ਪਾਣੀ ਵਾਲੀ, ਅਸੀਂ ਤਾਂ ਉਹਨੂੰ ਕਹਾਂਗੇ ਚੋਰ ਉਹ ਹੈ ਜਿਹਨੇ ਤਾਲਾ ਤੋੜਿਆ। ਅਸੀਂ ਉਹਦੇ ਖਿਲਾਫ ਪਰਚਾ ਦੇਵਾਂਗੇ ਜੀ ਚੌਂਕੀ ਦੇ ਵਿੱਚ। ਇਸ ਸੰਬੰਧ ਕੋਈ ਕੰਪਲੇਂਟ ਕੀਤੀ ਹੈ ਜੀ? ਨਹੀਂ ਜੀ, ਅਜੇ ਨਹੀਂ ਕੀਤੀ। ਮੈਨੂੰ ਤਾਂ ਇੱਥੇ ਆਉਣ ਤੇ ਪਤਾ ਲੱਗਿਆ ਵੀ ਤਾਲਾ ਉਹਨੇ ਤੋੜਿਆ ਜੀ। ਅੱਜ ਕਰਾਂਗੇ ਕੰਪਲੇਂਟ ਉਹਦੇ ਖਿਲਾਫ। ਹਾਂਜੀ, ਉਹ ਤਾਂ ਸਪਸ਼ਟੀਕਰਨ ਲਵਾਂਗੇ ਵੀ ਸਾਡਾ ਸਮਾਨ ਦੇ ਪਏ, ਤੇ ਜੇ ਕੱਲ ਨੂੰ ਕੋਈ ਵੀ ਗੱਲਬਾਤ ਵਾਰਦਾਤ ਇੱਥੇ ਵਾਪਰਦੀ ਆ ਤਾਂ ਪਾਸ਼ਾ ਜੀ ਜ਼ਿੰਮੇਵਾਰ ਹੋਣਗੇ। ਇਹਦੇ 'ਚ ਕੀ ਨਾਮ ਤੇ ਕਿਹੜੀ ਪਾਰਟੀ? ਮੈਂ ਜੀ ਕਾਂਗਰਸ ਪਾਰਟੀ ਦੀ, ਮੇਰਾ ਨਾਮ ਕਰਨ ਕੌਰ ਹੈ। ਅੱਜ ਤੁਸੀਂ 15 ਨੰਬਰ ਵਾਰਡ 'ਚ ਆਏ ਹੋ, ਕੀ ਕਾਰਨ ਹੈ ਇੱਥੇ, ਕਿਉਂ ਪਹੁੰਚੇ ਹੋ? ਮੈਂ ਇੱਥੇ ਪਹੁੰਚੀ ਹਾਂ, ਇੱਕ ਤਾਂ ਚੈੱਕ ਕਰਨ ਆਈ ਸੀ ਕਿ ਜਿਹੜੇ ਮੈਂ 2 ਟੱਕ ਲਾ ਕੇ ਗਈ ਸੀਗੀ ਦੂਜੀ 2 ਗਲੀਆਂ ਦੀ, ਉਹ ਕੰਮ ਮੁਕੰਮਲ ਹੈ ਕਿ ਨਹੀਂ। ਨਾਲ ਮੈਨੂੰ ਰਣਜੀਤ ਜੀ ਨੇ ਬੁਲਾਇਆ ਸੀ, ਕਹਿਣ ਦੀ ਕਿ ਇੱਥੇ ਪਾਸ਼ਾ ਕਾਫੀ ਤਮਾਸ਼ੇ ਕਰ ਰਿਹਾ, ਤੇ ਮੈਂ ਪੁੱਛਣ ਆਈ ਸੀ ਕਿ ਕੀ ਲੇਕਿਨ ਪਾਸ਼ਾ ਬਾਰ-ਬਾਰ ਕਦੇ ਸਿਰੇ ਬੰਦਾ, ਕਦੇ ਭੁੱਖ ਹੜਤਾਲ ਤੇ ਬੈਠਦਾ, ਕੀ ਕਾਰਨ ਹੈ, ਕਿਉਂ ਇਹੋ ਜਿਹੇ ਕੰਮ ਕਰ ਰਿਹਾ ਹੈ? ਇਹ ਤੁਹਾਨੂੰ ਪੁੱਛੋ ਜੀ। ਮੈਂ ਤਾਂ ਕਹਿੰਦੀ ਬੜੀ ਬੇਵਕੂਫੀ ਦੇ ਕੰਮ ਨੇ। ਜੇ ਤੁਹਾਨੂੰ ਰੱਬ ਨੇ ਅਹੁਦਾ ਦਿੱਤਾ ਸੀਗਾ ਤੇ ਇੱਜ਼ਤ ਦੇ ਨਾਲ ਤੁਸੀਂ ਪੇਸ਼ ਹੋ। ਇਹ ਸਿਰੇ ਪਾ ਕੇ ਤੇ ਡਰਾਮੇ ਕਰਕੇ ਇਦਾਂ ਤਾਂ ਨਹੀਂ ਨਾ ਕੋਈ ਕੰਮ ਕਰ ਸਕਦੇ। ਅਸੀਂ ਕੋਈ ਨੌਟੰਕੀ ਪਾਰਟੀ ਤਾਂ ਨਹੀਂ ਹੈ ਇੱਥੇ, ਕੋਈ ਅਸੀਂ ਡਰਾਮਾ ਤਾਂ ਨਹੀਂ ਖੇਡ ਰਹੇ। ਜਿਹੜੀਆਂ ਗਲੀਆਂ ਬਣ ਰਹੀਆਂ ਇਸ ਵਕਤ, ਉਹ ਗਲੀਆਂ ਦੇ ਵਿੱਚ ਕੀ ਸੀਵਰੇਜ ਪੈ ਚੁੱਕਿਆ ਜੀ? ਕੋਈ ਵਾਟਰ ਵਰਕਸ ਦੀ ਪ੍ਰੋਬਲਮ ਹੈ? ਜਿਹੜੀਆਂ 2 ਬਣੀਆਂ ਉਹਨਾਂ ਦੇ ਵਿੱਚ ਪਾਣੀ ਚੱਲਦਾ ਹੈ। ਹਾਂਜੀ, ਇਹਨਾਂ 'ਚ ਹੈਗੀ ਹੈ, 4 ਗਲੀਆਂ 'ਚ ਹੈ ਨਹੀਂ ਜੀ। ਇਸੇ ਲਈ ਇੱਥੇ ਹੁਣੇ ਬਣੀ ਨਹੀਂ, ਇੱਕ ਵਾਰੀ ਪਾਣੀ ਦੀ ਪਾਈਪ ਪੈ ਗਈ, ਫਿਰ ਇੱਥੇ ਵੀ ਹੋ ਜਾਊ। ਇਸ ਵਾਰ ਪਾਸ਼ਾ ਫਿਰ ਕਹਿ ਰਿਹਾ ਕਿ ਨਗਰ ਕੌਂਸਲ ਤੋਂ ਨਿਕਲ ਕੇ ਮੈਂ ਬੀਬੀ ਕਰਨ ਕੌਰ ਬਰਾੜ ਦੇ ਸਰਾਏ ਨਗਰ ਜਾ ਕੇ ਉੱਥੇ ਧਰਨਾ ਲਾਉਂਗਾ, ਸਿਰੇ ਬਣ ਕੇ ਪਹੁੰਚੂਗਾ। ਜੇ ਸਿਰਾ ਬਣੂਗਾ ਜੀ, ਮੈਂ ਉਹਦੇ ਉੱਤੇ ਪੂਰੀ ਕਾਰਵਾਈ ਕਰਾਂਗੀ। ਉਹਦਾ ਕੋਈ ਬੰਦਾ ਨਹੀਂ ਕਿ ਮੇਰੇ ਘਰ ਸਿਰਾ ਬਣ ਕੇ ਆਵੇ। ਸ਼ਰਮ ਆਣੀ ਚਾਹੀਦੀ ਉਹਨੂੰ, ਇਹਨੂੰ ਸੋਚਦੀ ਮੈਂ ਉਹਦੀ ਮਾਂ ਵਰਗੀ, ਉਹਨੂੰ ਸ਼ਰਮ ਆਣੀ ਚਾਹੀਦੀ ਹੈ ਇਹ ਗੱਲ ਕਰ। ਤੁਸੀਂ ਵਾਰਡ 'ਚ ਪਹੁੰਚੇ ਹੋ, ਇਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂਜੀ, ਮੈਂ ਸਾਰੀ ਆਪਣੀ ਇੱਥੇ ਕਾਫੀ ਬੀਬੀਆਂ ਇਕੱਠੀਆਂ ਹੋਈਆਂ, ਉਹਨਾਂ ਨੂੰ ਮੈਂ ਇੱਕ ਮੁਬਾਰਕਬਾਦ ਦੇਣੀ ਹੈ ਕਿ ਸਾਰਿਆਂ ਦੇ ਹੁਣ ਬੱਸ ਕਿਰਾਏ ਮਾਫ ਨੇ, ਜਿੱਥੇ ਮਰਜ਼ੀ ਤੁਰੋ ਪੰਜਾਬ ਦੇ ਵਿੱਚ, ਸਾਰਿਆਂ ਦੇ ਲਈ, ਸ਼ਹਿਰਾਂ ਦੇ ਲਈ ਹੁਣ ਆਪਾਂ ਸਾਰੇ ਤਿਆਰ ਹਾਂ। ਆਪਣੇ ਪੇਕੇ ਵੀ ਜਾ ਸਕਦੇ ਹੋ ਜਾਂ ਜਿੱਧਰ ਮਰਜ਼ੀ ਜਾ ਸਕਦੇ ਹੋ। ਇਹਦੇ ਚ ਆਪਾਂ ਨੂੰ ਕੈਪਟਨ ਸਾਹਿਬ ਨੂੰ ਧੰਨਵਾਦ ਕਰਨਾ। ਇੱਕ ਬੀਬੀ ਪਾਤਸ਼ਾਹੀ ਨੇ ਪ੍ਰਧਾਨ ਜੀ ਦੱਸ ਰਹੇ ਆ ਕਿ
ਜਿਹੜੀ ਧਰਮਸ਼ਾਲਾ ਦਾ ਤਾਲਾ ਤੋੜਿਆ ਗਿਆ, ਕੀ ਤੁਸੀਂ ਇਹਦੇ ਸੰਬੰਧ ਕੋਈ ਕਾਰਵਾਈ ਕਰਵਾਓਗੇ? ਜ਼ਰੂਰ ਕਰਵਾਵਾਂਗੇ ਜੇ ਕੰਪਲੇਂਟ ਹੋਵੇ ਇਹ ਹੋਣਾ ਨਹੀਂ ਚਾਹੀਦਾ ਸੀਗਾ। ਬਦਮਾਸ਼ੀ ਕੀਤੀ ਹੈ। ਇਹ ਗਲਤ ਗੱਲਾਂ ਨੇ ਜੀ। ਇਸ ਤਰ੍ਹਾਂ ਤੁਸੀਂ ਮੈਨੂੰ ਦੱਸੋ, ਇੱਜ਼ਤਦਾਰ ਤੁਹਾਨੂੰ ਅਹੁਦਾ ਮਿਲਿਆ ਸੀ, ਇੱਕ ਮਿੰਟ, ਇੱਜ਼ਤ ਨਾਲ ਪੇਸ਼ ਹੋ। ਤੁਸੀਂ ਆ ਕੀ ਤਮਾਸ਼ੇ ਕਰ ਰਹੇ ਹੋ? ਭੁੱਖ ਹੜਤਾਲ ਤੇ ਕਰਦੇ ਸਿਰਾ ਬਣ ਕੇ। ਮੈਂ ਤਾਂ ਨਹੀਂ ਕਦੀ ਪਹਿਲੀ ਇਹੋ ਜਿਹੀ ਗੱਲ ਸੁਣੀ ਕਿ ਸਿਰਾ ਬਣ ਕੇ ਵੀ ਕੋਈ ਭੁੱਖ ਹੜਤਾਲ ਕਰਦਾ। ਪੂਰੇ ਭਾਰਤ 'ਚ ਨਹੀਂ ਕਦੇ ਕਿਸੇ ਨੇ। ਨੌਨਸੈਂਸ ਹੈ। ਹਾਂਜੀ।